A very warm wishes to all of you. Dear student, today I would like to explain the concept of staffing. That is a chapter number 6 in your business study book. So where I would like to explain that what do you mean by staffing? Staffing means when we choose the right people at the right place in the organization according to their qualification and experience, that are called staffing. So let us start the introduction of staffing. The success of any organization doesn't depend upon the physical or financial resource, but it depends upon the utilization of these resources by human resource. ਬੇਟੇ ਜਦੋਂ ਅਸੀਂ ਇੱਕ ਆਰਗੇਨਾਈਜੇਸ਼ਨ ਦੀ ਸਕਸੈਸ ਦੀ ਗੱਲ ਕਰਦੇ ਹਾਂ ਤਾਂ ਉਹ ਕਦੀ ਵੀ ਡਿਪੈਂਡ ਨਹੀਂ ਕਰਦੀ ਔਨ ਦਾ ਬੇਸਿਸ ਆਫ ਫਿਜ਼ੀਕਲ ਕਿ ਉਹ ਐਗਜ਼ਿਸਟੈਂਸ ਕਿੱਦਾਂ ਕਰਦੀ ਹੈ ਜਾਂ ਫਾਈਨੈਂਸ਼ੀਅਲ ਰਿਸੋਰਸ ਦੇ ਉੱਪਰ। ਜਿਹੜੀ ਸਕਸੈਸ ਆਫ ਆਰਗੇਨਾਈਜੇਸ਼ਨ ਆ ਉਹ ਹਮੇਸ਼ਾ ਡਿਪੈਂਡ ਕਰਦੀ ਆ ਕਿ ਫਿਜ਼ੀਕਲ ਅਤੇ ਫਾਈਨੈਂਸ਼ੀਅਲ ਰਿਸੋਰਸਿਸ ਨੂੰ ਅਸੀਂ ਕਿਸ ਤਰੀਕੇ ਨਾਲ ਯੂਜ਼ ਕਰਦੇ ਪਏ ਹਾਂ ਅਤੇ ਬਾਏ ਦਾ ਹਿਊਮਨ ਰਿਸੋਰਸ। ਸੋ ਮੇਨ ਪਾਰਟ ਕਿ ਜਿਹੜਾ ਹਿਊਮਨ ਰਿਸੋਰਸ ਆ ਦੈਟ ਆਰ ਦਾ ਮੇਜਰ ਪਾਰਟ ਆਫ ਦਾ ਆਰਗੇਨਾਈਜੇਸ਼ਨ ਐਂਡ ਮੋਸਟ ਇੰਪੋਰਟੈਂਟ person in the organization. So hardworking efficient people are the most important asset of an organization. ਜਿਹੜਾ ਵੀ ਹਾਰਡ ਵਰਕਿੰਗ ਅਤੇ ਐਫੀਸ਼ੀਐਂਟ ਪੀਪਲ ਹੈਗਾ ਹੈ ਬੱਚੇ ਦੈਟ ਆਰ ਦਾ ਮੋਸਟ ਇੰਪੋਰਟੈਂਟ ਐਸਟ ਆਫ ਦਾ ਆਰਗੇਨਾਈਜੇਸ਼ਨ। ਕਿਉਂਕਿ ਉਹ ਹਮੇਸ਼ਾ ਪ੍ਰੋਫਿਟ ਹੀ ਅਰਨ ਕਰੇਗਾ ਅਤੇ ਆਰਗੇਨਾਈਜੇਸ਼ਨ ਨੂੰ ਹਮੇਸ਼ਾ ਗਰੋਥ ਵੱਲ ਹੀ ਲੈ ਕੇ ਜਾਏਗਾ ਐਂਡ ਆਲਸੋ ਅਚੀਵ ਦਾ ਟਾਰਗੇਟ ਆਫ ਦਾ ਆਰਗੇਨਾਈਜੇਸ਼ਨ ਵਿਦਿਨ ਟਾਈਮ ਵਿਦਿਨ ਲੈਸ ਨੰਬਰ ਆਫ ਕਾਸਟ। The key to success of any organization is right person at the right job position. ਜਦੋਂ ਇੱਕ ਆਰਗੇਨਾਈਜੇਸ਼ਨ ਇੱਕ ਰਾਈਟ ਪਰਸਨ ਨੂੰ ਰਾਈਟ ਜੋਬ ਪੋਜੀਸ਼ਨ 'ਤੇ ਰੱਖਦੀ ਆ ਦੈਟ ਆਰ ਦਾ ਸਕਸੈਸ ਆਫ ਦਾ ਆਰਗੇਨਾਈਜੇਸ਼ਨ। ਸਟਾਫਿੰਗ ਫੰਕਸ਼ਨ ਇਜ਼ ਕੰਸਰਨ ਵਿਦ ਬ੍ਰਿੰਗਿੰਗ ਰਾਈਟ ਐਂਡ ਐਫੀਸ਼ੀਐਂਟ ਪੀਪਲ ਇਨ ਦਾ ਆਰਗੇਨਾਈਜੇਸ਼ਨ। ਸਟਾਫਿੰਗ ਫੰਕਸ਼ਨ ਇਸੇ ਨਾਲ ਹੀ ਸੰਬੰਧ ਰੱਖਦਾ ਆ ਦੈਟ ਹਾਊ ਕੈਨ ਵੀ ਬ੍ਰਿੰਗ ਅ ਰਾਈਟ ਐਂਡ ਐਫੀਸ਼ੀਐਂਟ ਪੀਪਲ from the different circumstances in the organization that are called staffing. Okay, now the meaning of staffing consists of manpower planning, recruitment, selection, training, compensation, promotion and maintenance of managerial personals। ਬੇਟੇ ਸਟਾਫਿੰਗ ਜਿਹੜੀ ਆ ਉਹਦਾ ਮੇਨ ਮੋਟਿਵ ਕੀ ਹੁੰਦਾ ਆ। ਸੋ ਸਭ ਤੋਂ ਪਹਿਲਾਂ ਉਹਨਾਂ ਨੇ ਦੇਖਣਾ ਹੁੰਦਾ ਕਿ ਕਿੰਨੇ ਪੀਪਲਸ ਕਿੰਨੇ ਇੰਪਲੋਈਜ਼ ਜਿਹੜੇ ਆ ਉਹ ਸਾਨੂੰ ਆਰਗੇਨਾਈਜੇਸ਼ਨ ਦੇ ਵਿੱਚ ਚਾਹੀਦੇ ਨੇ ਐਂਡ ਅਸੀਂ ਉਹਨਾਂ ਨੂੰ ਰਿਕਰੂਟ ਕਿਵੇਂ ਕਰਨਾ। ਅਸੀਂ ਉਹਨਾਂ ਦੇ ਵਾਸਤੇ ਐਪਲੀਕੇਸ਼ਨ ਜਿਹੜੀਆਂ ਉਹਨਾਂ ਨੂੰ ਫਿਲ ਕਰਵਾਵਾਂਗੇ, ਦੇਖਾਂਗੇ ਕਿ ਉਹਨਾਂ ਦੀ ਕੁਆਲੀਫਿਕੇਸ਼ਨ ਸਾਡੀ ਆਰਗੇਨਾਈਜੇਸ਼ਨ ਦੀ ਕੁਆਲੀਫਿਕੇਸ਼ਨ ਦੇ ਵਾਂਗ ਹੈਗੀ ਆ ਜਿੱਦਾਂ ਦੀ ਸਾਨੂੰ ਚਾਹੀਦੀ ਸੀਗੀ ਉਹਨਾਂ ਦੀ ਕੁਆਲੀਫਿਕੇਸ਼ਨ ਅਕੋਰਡਿੰਗ ਟੂ ਦੈਟ ਹੈ। ਤਾਂ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਐਕਸਪੀਰੀਅੰਸ ਦੇ ਬੇਸ 'ਤੇ ਉਹਨਾਂ ਨੂੰ ਸਿਲੈਕਟ ਕਰਾਂਗੇ। ਦੈਨ ਅਸੀਂ ਜਿਸ ਆਰਗੇਨਾਈਜੇਸ਼ਨ ਦੇ ਜਿਸ ਵਰਕ ਵਾਸਤੇ ਉਹਨਾਂ ਨੂੰ ਸਿਲੈਕਟ ਕੀਤਾ ਹੋਏਗਾ ਦੈਨ ਅਸੀਂ ਉਹਦੇ ਰਿਗਾਰਡਿੰਗ ਹੀ ਉਹਨਾਂ ਦੀ ਜੋਬ ਦੇ ਰਿਗਾਰਡਿੰਗ ਹੀ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਵਾਵਾਂਗੇ। ਦੈਨ ਵੀ ਕੰਪਨਸੇਟ ਐਂਡ ਪ੍ਰਮੋਟ ਦਾ ਇੰਪਲੋਈ ਵੈਨ ਵੀ ਨੀਡ ਐਂਡ ਮੇਨਟੇਨੈਂਸ ਆਫ ਮੈਨੇਜੀਰੀਅਲ ਪਰਸੋਨਲ। ਅਤੇ ਸਟਾਫਿੰਗ ਹੀ ਇੱਕ ਇਹੋ ਜਿਹਾ ਫੰਕਸ਼ਨ ਆ ਜਿਹਦੇ ਵਿੱਚ ਅਸੀਂ ਮੈਨੇਜ ਕਰਦੇ ਹਾਂ ਪੀਪਲਸ ਨੂੰ ਦੈਟ ਕਿਸ ਪੀਪਲ ਨੂੰ ਕਿਹੜੀ ਵਰਕ ਪਲੇਸ ਦੇ ਉੱਪਰ ਰੱਖਾਂਗੇ ਸੋ ਦੈਟ ਅਸੀਂ ਈਜ਼ੀਲੀ ਆਪਣੀ ਆਰਗੇਨਾਈਜੇਸ਼ਨ ਦੇ ਟਾਸਕ ਨੂੰ ਕੰਪਲੀਟ ਕਰ ਸਕੀਏ। ਸੋ ਸਟਾਫਿੰਗ ਇਨਵੋਲਵ finding the right person for the right job, having the right qualification, doing the right job at the right time. Staffing main finding ਹੁੰਦੀ ਹੈ ਬੱਚੇ right person ਦੀ for the right job ਜਿਹਦੇ 'ਚ ਅਸੀਂ ਵੇਖਦੇ ਹਾਂ ਕਿ ਪਰਸਨ ਕੋਲ ਰਾਈਟ ਕੁਆਲੀਫਿਕੇਸ਼ਨ ਹੈਗੀ ਆ ਅਤੇ ਉਹ ਆਪਣਾ ਕੰਮ ਪੂਰੇ ਟਾਈਮ ਦੇ ਉੱਪਰ ਕਰੇਗਾ। Okay, so staffing is a managerial function of filling and keeping filled position in the organization structure. Staffing ਕੀ ਹੁੰਦਾ ਹੈ ਜਿਹਦੇ ਵਿੱਚ ਅਸੀਂ ਮੇਨਲੀ ਆਪਣੀਆਂ ਜਿਹੜੀਆਂ ਵੇਕੈਂਟ ਪੋਸਟ ਹੁੰਦੀਆਂ ਆ ਹਿਊਮਨ ਰਿਸੋਰਸਿਸ ਦੀਆਂ ਉਹਨਾਂ ਨੂੰ ਅਸੀਂ ਫਿਲ ਕਰਨਾ ਹੁੰਦਾ ਹੈ ਅਕੋਰਡਿੰਗ ਟੂ ਦਾ ਰਿਕੁਆਇਰਮੈਂਟ। ਜਿਵੇਂ ਦਾ ਸਟਾਫ ਸਾਨੂੰ ਉੱਥੇ ਚਾਹੀਦਾ ਹੁੰਦਾ ਆ ਅਸੀਂ ਉਵੇਂ ਦਾ ਹੀ ਸਟਾਫ ਜਿਹੜਾ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਲੈ ਕੇ ਆਉਣਾ ਹੁੰਦਾ ਆ। ਨਾਓ ਨੈਕਸਟ ਦੈਟ ਇਜ਼ ਅ ਇੰਪੋਰਟੈਂਸ ਆਫ ਸਟਾਫਿੰਗ। ਜਿੱਥੇ ਤੁਹਾਡਾ ਸਭ ਤੋਂ ਫਸਟ ਪੁਆਇੰਟ ਆ ਦੈਟ ਇਜ਼ ਅ ਫਿਲਿੰਗ ਦਾ ਰੋਲ ਬਾਏ ਓਬਟੇਨਿੰਗ ਕੰਪੀਟੈਂਟ ਪਰਸੋਨਲ। ਸੋ ਬੇਟੇ ਸਟਾਫਿੰਗ ਫੰਕਸ਼ਨ ਜਿਹੜਾ ਆ
that is needed to fill the job position. Staffing function ने की करना ਹੁੰਦਾ है, ਉਹਨਾਂ ਨੇ vacant post ਨੂੰ fill ਕਰਨਾ ਹੁੰਦਾ ਆ. So there will be no use of job position unless and until these are occupied by the employee. ਤੇ ਉਦੋਂ ਤੱਕ position ਦਾ job position ਦਾ ਕੋਈ ਰੋਲ ਨਹੀਂ ਹੁੰਦਾ ਜਦੋਂ ਤੱਕ ਉੱਥੇ ਕੋਈ employee ਆ ਕੇ work ਨਾ ਕਰੇ. Okay, so and it is through staffing function only that employer appointed to fill the vacant job. ਤੇ ਉਹੀ ਪਰਸਨ ਜਿਹੜੇ ਅਸੀਂ ਉਹਨਾਂ ਨੂੰ ਕੰਪੀਟੈਂਟ ਪਰਸਨਸ ਨੂੰ ਹੀ ਵੇਕੈਂਟ ਜੋਬ ਦੇ ਉੱਪਰ ਰੱਖਾਂਗੇ ਜਿਹੜੇ ਕਿ ਉੱਥੋਂ ਦੀ ਕੁਆਲੀਫਿਕੇਸ਼ਨ ਅਤੇ ਉੱਥੋਂ ਦੇ ਵਰਕ ਨੂੰ ਅੰਡਰਸਟੈਂਡ ਕਰਦੇ ਹੋਣ ਐਂਡ ਆਲਸੋ ਹੈਵਿੰਗ ਅ ਐਕਸਪੀਰੀਅੰਸ ਔਨ ਦੈਟ ਜੋਬ. ਓਕੇ, ਸੋ ਸੈਕਿੰਡ ਇਜ਼ ਪਲੇਸਿੰਗ ਰਾਈਟ person at the right job. ਸਟਾਫਿੰਗ ਦੀ ਸੈਕਿੰਡ ਇੰਪੋਰਟੈਂਸ ਹੁੰਦੀ ਹੈ ਬੱਚੇ ਕਿ ਉਹਨਾਂ ਨੇ ਹਾਇਰ ਪਰਫੋਰਮੈਂਸ ਜਿਹੜੀ ਹੈ ਲਿਆਉਣ ਵਾਸਤੇ ਇੱਕ ਰਾਈਟ ਪੀਪਲ ਨੂੰ ਰਾਈਟ ਜੋਬ ਦੇ ਉੱਪਰ ਪ੍ਰੋਪਰਲੀ ਰਿਕਰੂਟ ਕਰਨਾ ਹੁੰਦਾ ਹੈ, ਦੈਨ ਉਹਨੂੰ ਸਿਲੈਕਟ ਕਰਨਾ ਹੁੰਦਾ ਆ ਅਕੋਰਡਿੰਗ ਟੂ ਦੇਅਰ ਕੁਆਲੀਫਿਕੇਸ਼ਨ. ਇਹ ਨਹੀਂ ਕਿ ਅਗਰ ਕਿਸੇ ਨੇ MA ਪੋਲੀਟੀਕਲ ਸਾਇੰਸ ਕੀਤੀ ਹੈ ਅਤੇ ਉਹਨੂੰ ਕਾਮਰਸ ਦਾ ਟੀਚਰ ਜਿਹੜਾ ਹੈ ਹਾਇਰ ਕੀਤਾ ਜਾਵੇ. ਨੋ, ਓਨਲੀ ਐਂਡ ਓਨਲੀ MCOM ਵਾਲਾ ਹੀ ਕਾਮਰਸ ਦਾ ਟੀਚਰ ਹੋਏਗਾ ਐਂਡ ਪੋਲੀਟੀਕਲ ਸਾਇੰਸ ਵਾਲਾ ਹਮੇਸ਼ਾ ਆਰਟਸ ਦਾ ਟੀਚਰ ਹੀ ਹੋਏਗਾ. ਦੈਨ ਨੈਕਸਟ ਇਜ਼ ਗਰੋਥ ਆਫ ਐਂਟਰਪ੍ਰਾਈਜ਼. ਗਰੋਥ ਆਫ ਐਂਟਰਪ੍ਰਾਈਜ਼ ਕਿ ਜਿੱਦਾਂ ਜਿੱਦਾਂ ਅਸੀਂ ਇੱਕ ਪਰਸਨ ਇੱਕ ਸਟਾਫ ਜਿਹੜਾ ਪ੍ਰੋਪਰ ਵੇ ਦੇ ਨਾਲ ਅਸੀਂ ਉਹ ਸਟਾਫ ਰੱਖਾਂਗੇ ਜਿਹੜਾ ਸਟਾਫ ਬਹੁਤ ਹੀ ਵਧੀਆ ਤਰੀਕੇ ਨਾਲ ਵਰਕ ਕਰੇਗਾ. ਜਦੋਂ ਇੱਕ ਰਾਈਟ ਪੀਪਲ ਰਾਈਟ ਜੋਬ 'ਤੇ ਹੋਏਗਾ ਬੇਟਾ ਅਤੇ ਉਹਦੇ ਨਾਲ ਐਫੀਸ਼ੀਐਂਸੀ ਇਨਕਰੀਜ਼ ਹੋਏਗੀ ਔਰ ਸਟਾਫ ਜਿਹੜਾ ਆ ਉਹ ਸਰਵਾਈਵ ਕਰਦਾ ਰਹੇਗਾ ਕੰਟੀਨਿਊਸਲੀ ਇਨ ਦਾ ਆਰਗਨਾਈਜੇਸ਼ਨ, ਪ੍ਰੋਫਿਟ ਅਰਨ ਹੋਣਗੇ, ਦੈਨ ਗਰੋਥ ਵੀ ਹੋਏਗੀ ਐਂਟਰਪ੍ਰਾਈਜ਼ ਦੀ. ਨੈਕਸਟ ਦੈਟ ਇਜ਼ ਅ ਆਪਟੀਮਮ ਯੂਟੀਲਾਈਜੇਸ਼ਨ ਆਫ ਹਿਊਮਨ ਰਿਸੋਰਸਿਸ. ਫਿਰ ਅਸੀਂ ਇਹੀ ਕਹਾਂਗੇ ਬੱਚੇ ਕਿ ਜਦੋਂ ਸਾਡੇ ਕੋਲ ਨੰਬਰ ਆਫ ਇੰਪਲਾਈਜ਼ ਹੋਣਗੇ, ਟਾਈਪ ਆਫ ਇੰਪਲਾਈਜ਼ ਰਿਕਵਾਇਰਡ ਹੋਣਗੇ, ਮਤਲਬ ਬਹੁਤ ਸਾਰੇ ਪੀਪਲ ਸਾਡੇ ਕੋਲ ਹੋਣਗੇ ਜਿਹੜੇ ਕਿ ਹਰ ਇੱਕ ਜੋਬ ਨੂੰ ਜਾਣਦੇ ਹੋਣਗੇ. ਅਸੀਂ ਮਾਰਕੀਟਿੰਗ ਮੈਨੇਜਮੈਂਟ ਦੇ ਵਿੱਚ ਮਾਰਕੀਟਿੰਗ ਵਾਲਾ ਪਰਸਨ ਹੀ ਰੱਖਾਂਗੇ, ਸੇਲਸ ਡਿਪਾਰਟਮੈਂਟ ਦੇ ਵਿੱਚ ਸੇਲਸਮੈਨ ਹੀ ਰੱਖਾਂਗੇ, ਐਡਵਰਟੀਜ਼ ਡਿਪਾਰਟਮੈਂਟ ਦੇ ਵਿੱਚ ਐਡਵਰਟੀਜ਼ਮੈਂਟ ਦੀ ਨੌਲੇਜ ਵਾਲਾ ਪੀਪਲ ਰੱਖਾਂਗੇ ਅਤੇ ਉਹਦੇ ਨਾਲ ਸਾਡੀਆਂ ਆਪਟੀਮਮ ਯੂਟੀਲਾਈਜੇਸ਼ਨ ਆਫ ਹੋਏਗੀ ਹਿਊਮਨ ਰਿਸੋਰਸ ਦੀ, ਜਿਹਦੇ ਨਾਲ ਬੱਚੇ ਕਦੀ ਵੀ ਸ਼ਾਰਟੇਜ ਨਹੀਂ ਆਏਗੀ ਆਰਗਨਾਈਜੇਸ਼ਨ ਦੇ ਵਿੱਚ. ਓਕੇ, ਐਂਡ ਆਲਸੋ ਵੀ ਕੈਨ ਸੇ ਦੈਟ ਕਿ ਅਗਰ ਅਸੀਂ ਮੈਨ ਪਾਵਰ ਪਲੈਨਿੰਗ ਕਰਕੇ ਚੱਲਾਂਗੇ ਨਾ ਕਿ ਸਾਨੂੰ ਕਿੰਨੇ ਪੀਪਲ ਕਿਸ ਜੋਬ ਦੇ ਉੱਪਰ ਚਾਹੀਦੇ ਆ, ਅਤੇ ਅਸੀਂ ਕਦੀ ਵੀ ਆਪਣੇ ਪੀਪਲਸ ਨੂੰ ਇੱਧਰੋਂ ਉੱਧਰੋਂ ਡਿਊਰਿੰਗ ਦਾ ਸੈਸ਼ਨ ਨਹੀਂ ਲੱਭਾਂਗੇ. ਅਸੀਂ ਸਟਾਰਟਿੰਗ ਦੇ ਵਿੱਚ ਹੀ ਆਪਣੇ ਇੰਪਲੋਈਜ਼ ਜਿਹੜੇ ਉਹਨਾਂ ਨੂੰ ਕੰਪਲੀਟ ਕਰਕੇ ਚੱਲਾਂਗੇ ਜਿਹਦੇ ਨਾਲ ਕਦੀ ਵੀ ਇੰਪਲੋਈਜ਼ ਦੀ ਸ਼ਾਰਟੇਜ ਨਹੀਂ ਆਏਗੀ ਇਨ ਦਾ ਆਰਗਨਾਈਜੇਸ਼ਨ ਐਂਡ ਆਰਗਨਾਈਜੇਸ਼ਨ ਹਮੇਸ਼ਾ ਆਪਣਾ ਵਰਕ ਜਿਹੜਾ ਪ੍ਰੋਪਰ ਵੇ ਦੇ ਨਾਲ ਕਰਦੀ ਰਹੇਗੀ. ਦੈਨ ਹੈਲਪ ਇਨ ਕੰਪੀਟਿੰਗ ਅਗਰ two organization can easily acquire same type of physical and financial resources. ਦੋ ਆਰਗਨਾਈਜੇਸ਼ਨ ਕੋਲੋਂ ਸੇਮ ਫਿਜ਼ੀਕਲ ਅਤੇ ਫਿਨੈਂਸ਼ੀਅਲ ਰਿਸੋਰਸਿਸ ਇੱਕੋ ਜਿਹੇ ਹੋ ਸਕਦੇ ਨੇ, ਬਟ ਐਫੀਸ਼ੀਐਂਟ ਉਹ ਤਾਂ ਹੀ ਹੋਏਗੀ ਅਗਰ ਉਹਨਾਂ ਕੋਲ ਐਫੀਸ਼ੀਐਂਟ ਇੰਪਲਾਈ ਹੋਣਗੇ, ਇੱਕ ਰਾਈਟ ਪਰਸਨ ਹੋਏਗਾ ਫॉर द ਰਾਈਟ ਜੋਬ ਪੋਜੀਸ਼ਨ. ਓਕੇ, ਸੋ ਬੇਟੇ ਐਫੀਸ਼ੀਐਂਟ ਇੰਪਲਾਈ ਜਿਹੜੇ ਆ ਉਹ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੇ ਆ. ਅਗਰ ਆਰਗਨਾਈਜੇਸ਼ਨ ਕੋਲ ਸਾਰਾ ਕੁਛ ਹੈਗਾ ਆ ਬਟ ਉਹਨਾਂ ਕੋਲ ਐਫੀਸ਼ੀਐਂਟ ਇੰਪਲੋਈ ਨਹੀਂ ਹੈਗੇ ਤਾਂ ਦੇ ਕਾਂਟ ਅਚੀਵ ਦੇਅਰ ਗੋਲ ਇਨ ਟਾਈਮ. ਦੈਨ ਇੰਪਰੂਵ ਜੋਬ ਸੈਟਿਸਫੈਕਸ਼ਨ ਐਂਡ ਮੋਰਲ ਆਫ ਦਾ employee. ਤੇ ਇਹਦੇ ਨਾਲ ਹੀ ਬੱਚੇ ਜਦੋਂ ਸਟਾਫਿੰਗ ਫੰਕਸ਼ਨ ਡਜ਼ਨਟ ਐਂਡ ਓਨਲੀ ਵਿਦ ਅਪਾਇੰਟਮੈਂਟ ਆਫ ਇੰਪਲਾਈ, ਉਹ ਇਕੱਲੇ ਦਾ ਇਕੱਲਾ ਇੰਪਲਾਈ ਦੀ ਅਪਾਇੰਟਮੈਂਟ ਦੇ ਨਾਲ ਹੀ ਐਂਡ ਨਹੀਂ ਹੁੰਦਾ, ਈਵਨ ਕਿ ਇਹਦੇ ਵਿੱਚ ਇਨਕਲੂਡ ਹੁੰਦਾ ਆ ਕਿ ਹਾਊ ਕੈਨ ਵੀ ਪ੍ਰੋਵਾਈਡ ਦਾ ਟ੍ਰੇਨਿੰਗ, ਪ੍ਰਮੋਸ਼ਨ ਐਂਡ ਕੰਪਨਸੇਸ਼ਨ ਟੂ ਦਾ ਇੰਪਲਾਈ. ਇਹਨਾਂ ਐਕਟੀਵਿਟੀਜ਼ ਦੇ ਨਾਲ ਹਮੇਸ਼ਾ ਇੰਪਲਾਈਜ਼ ਜਿਹੜੇ ਉਹ ਮੋਟੀਵੇਟ ਹੋਣਗੇ ਅਤੇ ਉਹਨਾਂ ਦਾ ਮੋਰੇਲ ਵੀ ਬੂਸਟ ਹੋਏਗਾ ਅਤੇ ਉਹ ਡੇ ਬਾਏ ਡੇ ਆਪਣੀ ਐਫੀਸ਼ੀਐਂਸੀ ਜਿਹੜੀ ਇਨਕਰੀਜ਼ ਕਰਦੇ ਜਾਣਗੇ. ਐਂਡ ਦਾ ਲਾਸਟ ਪੁਆਇੰਟ ਦੈਟ ਇਜ਼ ਅ ਕੀ ਟੂ ਇਫੈਕਟਿਵਨੈਸ ਆਫ ਅਦਰ ਫੰਕਸ਼ਨ. ਅਤੇ ਸਟਾਫਿੰਗ ਫੰਕਸ਼ਨ ਹੀ ਦੂਸਰੇ ਫੰਕਸ਼ਨ ਦੀ ਇਫੈਕਟਿਵਨੈਸ ਕੀ ਹੈਗੀ ਹੈ, ਕਿਵੇਂ ਬੱਚੇ ਅਗਰ ਸਾਡੇ ਕੋਲ ਸਟਾਫ ਹੋਏਗਾ ਤਾਂ ਡਾਇਰੈਕਟਿੰਗ ਕਰ ਪਾਵਾਂਗੇ, ਸਟਾਫ ਹੋਏਗਾ ਤਾਂ ਕੰਟਰੋਲਿੰਗ ਕਰ ਪਾਵਾਂਗੇ, ਸਟਾਫ ਹੋਏਗਾ ਤਾਂ ਪਲੈਨਿੰਗ ਕਰ ਪਾਵਾਂਗੇ, ਸਟਾਫ ਹੋਏਗਾ ਤਾਂ ਅਸੀਂ ਆਰਗਨਾਈਜ਼ਿੰਗ ਕਰ ਸਕਾਂਗੇ. ਓਕੇ, no other function of management can be carried out without efficient staffing function because all the function are performed by the human being and human beings join the organization by staffing function only. ਹਿਊਮਨ ਬੀਇੰਗ ਓਨਲੀ ਐਂਡ ਓਨਲੀ ਸਟਾਫਿੰਗ ਫੰਕਸ਼ਨ ਦੇ ਨਾਲ ਹੀ ਜੁਆਇਨ ਕਰ ਸਕਦੇ ਇਨ ਦਾ ਆਰਗਨਾਈਜੇਸ਼ਨ. ਸੋ ਬੇਟੇ ਇਹ ਸੀਗਾ ਤੁਹਾਡਾ ਅੱਜ ਦਾ ਟੋਪਿਕ.